ਸੱਤਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਵਿਦਿਆਰਥੀਓ। ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 16 ਅਸੀਂ ਪੜ੍ਹਨਾ ਸ਼ੁਰੂ ਕੀਤਾ ਸੀ, ਜੋ ਕਿ ਪੰਨਾ ਨੰਬਰ 121 ਦੇ ਉੱਪਰ ਦਰਜ ਹੈ। ਇਸ ਦਾ ਪਹਿਲਾ ਪੰਨਾ ਅਸੀਂ ਪੜ੍ਹ ਚੁੱਕੇ ਹਾਂ, ਜਿਸ ਵਿੱਚ ਮੇਲਿਆਂ ਦੀ ਗੱਲ ਚੱਲੀ ਸੀ ਕਿ ਮੇਲੇ ਕਿਵੇਂ ਮਨਾਏ ਜਾਂਦੇ ਹਨ, ਕਿਵੇਂ ਸੱਭਿਆਚਾਰ ਦੀ ਝਾਕੀ ਅਸੀਂ ਇਸ ਦੇ ਵਿੱਚ ਵੇਖ ਸਕਦੇ ਹਾਂ। ਇਸ ਤੋਂ ਬਾਅਦ ਵਿਸਾਖੀ ਦੇ ਮੇਲੇ ਦੀ ਗੱਲ ਚੱਲ ਰਹੀ ਸੀ ਕਿ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹਦਾ ਵਿਸ਼ੇਸ਼ ਸਥਾਨ ਹੈ ਪੰਜਾਬੀ ਸੱਭਿਆਚਾਰ ਵਿੱਚ, ਅਤੇ ਇਹਦਾ ਸੰਬੰਧ ਹੈ ਜਿਹੜਾ ਰਿਲੇਸ਼ਨਸ਼ਿਪ ਹੈ, ਇਹਦਾ ਮੁੱਖ ਫਸਲ ਹੈ ਜਿਹੜੀ ਪੰਜਾਬ ਦੀ ਕਣਕ, ਉਹਦੇ ਪੱਕਣ ਤੋਂ ਬਾਅਦ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਇਹ ਤਿਉਹਾਰ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ, ਉਹਦੇ ਨਾਲ ਇਹਦਾ ਸੰਬੰਧ ਹੈ। ਅੱਗੇ ਪੜ੍ਹਦੇ ਹਾਂ ਕਿ ਹੋਰ ਕੀ ਦੱਸਿਆ ਹੈ ਇਸ ਸੰਬੰਧੀ। ਇਹ ਮੇਲਾ ਬਸੰਤ ਰੁੱਤ ਦੇ ਬਦਲਣ ਅਤੇ ਗਰਮੀਆਂ ਦੇ ਮੌਸਮ ਦੇ ਆਰੰਭ ਹੋਣ ਦਾ ਸੂਚਕ ਹੈ ਕਿ ਬਸੰਤ ਰੁੱਤ ਦੇ ਨਾਲ ਜਦੋਂ ਮੌਸਮ ਬਦਲਦਾ ਹੈ ਅਤੇ ਗਰਮੀ ਦਾ ਸ਼ੁਰੂ ਹੋਣ ਲੱਗਦਾ ਹੈ ਮੌਸਮ, ਉਹਦੀ ਸੂਚਨਾ ਵੀ ਇਹ ਦਿੰਦਾ ਹੈ। ਪੰਜਾਬ ਦਾ ਕਿਸਾਨ ਆਪਣੀ ਮਿਹਨਤ ਦੀ ਫਸਲ ਦੇ ਪੱਕਣ ਉੱਪਰ ਹੋਣ ਵਾਲੀ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਪਾ ਕੇ ਕਰਦਾ ਹੈ। ਸੋ ਖੁਸ਼ੀ ਹੁੰਦੀ ਹੈ ਕਿਉਂਕਿ ਪੈਸੇ ਆਉਂਦੇ ਨੇ ਘਰ ਦੇ ਵਿੱਚ, ਫਸਲ ਵੇਚੀ ਜਾਂਦੀ ਹੈ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ। ਸੋ ਭੰਗੜਾ ਪਾਉਂਦਾ ਹੈ, ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਮਿਹਨਤ ਨੂੰ ਪਏ ਫਲ ਦੀ ਖੁਸ਼ੀ ਕਿਸ ਨੂੰ ਨਹੀਂ ਹੁੰਦੀ, ਸਭ ਨੂੰ ਹੀ ਖੁਸ਼ੀ ਹੁੰਦੀ ਜਦੋਂ ਉਹਦੀ ਮਿਹਨਤ ਨੂੰ ਫਲ ਪਵੇ। ਇਸ ਲਈ ਲਾਜ਼ਮੀ ਤੌਰ 'ਤੇ ਇਸ ਖੁਸ਼ੀ ਨੂੰ ਸਮਾਜਿਕ ਤੌਰ 'ਤੇ ਸਾਂਝੀਆਂ ਕਰਨ ਲਈ ਵਿਸਾਖੀ ਜਿਹੇ ਮੇਲੇ ਮਨਾਉਣ ਦੀ ਰਵਾਇਤ ਪਈ, ਮਤਲਬ ਰਿਵਾਜ ਪੈ ਗਿਆ, ਪਰੰਪਰਾ ਸ਼ੁਰੂ ਹੋ ਗਈ। ਵਿਸਾਖੀ ਤੋਂ ਬਿਨਾਂ ਪੰਜਾਬ ਵਿੱਚ ਕਿਤੇ ਕਿਤੇ ਬਸੰਤ ਦੇ ਤਿਉਹਾਰ ਨੂੰ ਮੇਲਿਆਂ ਦੀ ਸ਼ਕਲ ਵਿੱਚ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੋ ਸਵਾਦ ਵਿਸਾਖੀ ਦਾ ਸੀ ਉਹ ਕਿਸੇ ਹੋਰ ਤਿਉਹਾਰ ਦੇ ਮੇਲੇ ਵਿੱਚ ਨਹੀਂ ਸੀ। ਭਾਵੇਂ ਕਿ ਹੋਰ ਵੀ ਕਈ ਤਿਉਹਾਰ ਨੇ ਜਿਨ੍ਹਾਂ ਨੂੰ ਮੇਲਿਆਂ ਦੇ ਰੂਪ ਵਿੱਚ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਲੋਕਾਂ ਦਾ ਇਕੱਠ ਹੋਵੇ, ਪਰ ਜਿੰਨਾ ਚਾਅ ਅਤੇ ਜਿੰਨਾ ਵਧੀਆ ਇੰਟਰਸਟਿੰਗ ਹੁੰਦਾ ਹੈ ਵਿਸਾਖੀ ਦਾ ਮੇਲਾ, ਓਨਾ ਕੋਈ ਹੋਰ ਮੇਲਾ ਨਹੀਂ ਹੁੰਦਾ। ਸਰਦੀਆਂ ਦੀ ਆਮਦ ਉੱਪਰ ਪੰਜਾਬ ਵਿੱਚ ਰਾਮ ਕਥਾ ਨਾਲ ਜੁੜੇ ਮੇਲੇ ਦਾ ਜ਼ਿਕਰ ਕਰਨਾ ਬਣਦਾ ਹੈ। ਹੁਣ ਰਾਮ ਚੰਦਰ ਦੀ ਕਥਾ ਨਾਲ ਜੁੜਿਆ ਮੇਲਾ ਹੈ ਕੋਈ, ਉਹਦੀ ਗੱਲ ਤੁਰੀ ਹੈ। ਕਿਹੜਾ ਹੋਏਗਾ? ਦੁਸਹਿਰਾ ਅਤੇ ਦੀਵਾਲੀ। ਲੰਕਾਪਤੀ ਰਾਵਣ ਉੱਪਰ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਦੁਸਹਿਰੇ ਦੇ ਮੇਲੇ ਦੀ ਸ਼ਕਲ ਵਿੱਚ ਮਨਾਇਆ ਜਾਂਦਾ ਹੈ। ਦੁਸਹਿਰੇ ਦਾ ਜਿਹੜਾ ਤਿਉਹਾਰ ਹੈ ਉਸ ਨੂੰ ਮੇਲੇ ਵਜੋਂ ਮਨਾਉਂਦੇ ਨੇ। ਤੁਸੀਂ ਵੇਖਿਆ ਹੋਏਗਾ ਕਿ ਸਟੈਚੂਜ਼ ਬੁੱਤ ਬਣਾ ਕੇ ਲਗਾਏ ਜਾਂਦੇ ਨੇ ਰਾਵਣ ਦੇ, 10 ਸਿਰ ਲੱਗੇ ਹੁੰਦੇ ਨੇ। ਸੋ ਉਹਨੂੰ ਜਦੋਂ ਸ਼ਾਮ ਦੇ ਸਮੇਂ ਉਹਨੂੰ ਅਗਨੀ ਅਰਪਿਤ ਕੀਤੀ ਜਾਂਦੀ ਹੈ, ਸੋ ਅਗਨੀ ਭੇਟ ਕੀਤੀ ਜਾਂਦੀ ਹੈ ਉਸਨੂੰ, ਔਰ ਉਸ ਪੁਤਲੇ ਨੂੰ ਸਾੜਿਆ ਜਾਂਦਾ ਹੈ। ਅਤੇ ਇਸ ਰਾਹੀਂ ਕੀ ਮੈਸੇਜ ਮਿਲਦਾ ਹੈ ਕਿ ਇਹ ਜਿਹੜਾ ਤਿਉਹਾਰ ਹੈ ਇਹ ਬਦੀ ਦੇ ਉੱਪਰ ਨੇਕੀ ਦੀ ਜਿੱਤ ਹੋਈ ਸੀ, ਉਹਦਾ ਪ੍ਰਤੀਕ ਤਿਉਹਾਰ ਇਹ ਮੰਨਿਆ ਜਾਂਦਾ ਹੈ। ਮੇਲੇ ਵਾਸਤੇ ਲੋਕ ਕਿਸੇ ਸਾਂਝੀ ਥਾਂ ਉੱਪਰ ਜੁੜਦੇ ਹਨ ਅਤੇ ਮਿਲ ਜੁਲ ਕੇ ਮੇਲੇ ਦਾ ਆਨੰਦ ਮਾਣਦੇ ਹਨ। ਇਸ ਮੇਲੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਛੋਟੇ ਮੋਟੇ ਦੁਕਾਨਦਾਰ ਵੀ ਆਪਣਾ ਬਾਜ਼ਾਰ ਸਜਾਉਂਦੇ ਹਨ। ਜਿਹੜੇ ਛੋਟੇ ਮੋਟੇ ਦੁਕਾਨਦਾਰ ਨੇ ਉਹ ਵੀ ਆਪਣਾ, ਸੋ ਸਭ ਨੂੰ ਚਾਅ ਹੁੰਦਾ ਮੇਲਿਆਂ ਦਾ, ਸਸਤੇ ਮੁੱਲ ਦੇ ਉੱਤੇ ਚੀਜ਼ਾਂ ਵੇਚਦੇ ਨੇ। ਉਹ ਖਾਣ ਪੀਣ ਦੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਨੇ, ਵੇਖਾਂਗੇ ਅਸੀਂ, ਵੇਖਦੇ ਹਾਂ ਮੇਲਿਆਂ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਸਟਾਲ ਲੱਗੇ ਹੁੰਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ। ਕਿਤੇ ਗੋਲ ਗੱਪੇ ਹੁੰਦੇ ਨੇ, ਕਿਤੇ ਜਲੇਬੀਆਂ ਬਣ ਰਹੀਆਂ ਹੁੰਦੀਆਂ ਨੇ, ਕਿਤੇ ਟਿੱਕੀਆਂ ਲੱਗੀਆਂ ਹੁੰਦੀਆਂ, ਬਰਗਰਸ ਵਗੈਰਾ ਹੁੰਦੇ ਨੇ, ਨੂਡਲਸ ਹੁੰਦੇ ਨੇ, ਬੜਾ ਕੁਛ ਹੁੰਦਾ ਖਾਣ ਲਈ। ਅਤੇ ਹੋਰ ਸਾਜੋ ਸਮਾਨ ਹੁੰਦਾ ਖਰੀਦਣ ਵਾਸਤੇ, ਖਿਡੌਣੇ ਹੁੰਦੇ ਨੇ ਬੱਚਿਆਂ ਲਈ, ਹੋਰ ਬਹੁਤ ਕੁਛ ਮਨਿਆਰੀ ਦਾ ਸਮਾਨ ਹੁੰਦਾ, ਜਿਹੜੀਆਂ ਸਸਤੇ ਰੇਟਾਂ ਦੇ ਉੱਤੇ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਦੁਕਾਨਦਾਰਾਂ ਨੇ ਰੇਟ ਘੱਟ ਰੱਖਿਆ ਹੁੰਦਾ ਤਾਂ ਕਿ ਵਿਕਰੀ ਜ਼ਿਆਦਾ ਹੋਵੇ। ਭਾਂਡੇ ਵੀ ਹੁੰਦੇ ਨੇ, ਕੱਪੜੇ ਵੀ ਹੁੰਦੇ ਨੇ, ਪਰਸ ਵਗੈਰਾ, ਜੁੱਤੀਆਂ, ਕਈ ਕੁਛ ਵੇਖਣ ਨੂੰ ਮਿਲਦਾ ਹੈ। ਆਮ ਤੌਰ 'ਤੇ ਇਹ ਮੇਲੇ ਸਾਂਝੀ ਥਾਂ ਕਿਸੇ ਧਾਰਮਿਕ ਸਥਾਨ ਦੇ ਨੇੜੇ ਜਾਂ ਆਸ-ਪਾਸ ਖਾਲੀ ਪਏ ਮੈਦਾਨ ਵਿੱਚ ਹੀ ਲਗਾਏ ਜਾਂਦੇ ਹਨ। ਇਹਨਾਂ ਮੇਲਿਆਂ ਨੂੰ ਜਾਣਕਾਰੀ ਦੇ ਆਦਾਨ ਪ੍ਰਦਾਨ ਜਾਣ ਲੱਗ ਪਿਆ ਹੈ। ਕਿਹੋ ਜਿਹੀ ਜਗ੍ਹਾ 'ਤੇ ਇਹ ਮੇਲੇ ਲੱਗਦੇ ਨੇ? ਕੋਈ ਧਾਰਮਿਕ ਸਥਾਨ ਦੇ ਨੇੜੇ ਜਾਂ ਫਿਰ ਕੋਈ ਖਾਲੀ ਪਈ ਹੋਵੇ ਜਗ੍ਹਾ, ਜਿਵੇਂ ਕਿ ਮੰਡੀਆਂ ਦੇ ਵਿੱਚ ਜਾਂ ਫਿਰ ਪਿੰਡ ਦੀ ਹੋਰ ਕੋਈ ਸਾਂਝੀ ਥਾਂ ਹੋਵੇ ਅਤੇ ਉੱਥੇ ਮੇਲਾ ਲਗਾਇਆ ਜਾਂਦਾ ਹੈ। ਲੋਕਾਂ ਦੀ ਭੀੜ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਤੌਰ 'ਤੇ ਕਈ ਤਰ੍ਹਾਂ ਦੀਆਂ ਸੂਚਨਾਵਾਂ ਅਤੇ ਜਾਣਕਾਰੀਆਂ ਦੇਣ ਦਾ ਪ੍ਰਬੰਧ ਵੀ ਇਹਨਾਂ ਮੇਲਿਆਂ ਦਾ ਹਿੱਸਾ ਬਣ ਗਿਆ ਹੈ।
ਸੋ ਭੀੜ ਹੋਣੀ ਹੁੰਦੀ ਹੈ, ਸੋ ਮੇਲਿਆਂ ਵਾਸਤੇ ਪਰਮਿਸ਼ਨ ਵੀ ਲਈ ਜਾਂਦੀ ਹੈ ਸਰਕਾਰ ਕੋਲੋਂ। ਸੋ ਇਹਦੇ ਵਾਸਤੇ ਇੰਤਜ਼ਾਮ ਕੀਤਾ ਜਾਂਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਏਗਾ ਮੇਲਿਆਂ ਵਿੱਚ ਪੁਲਿਸ ਮੁਲਾਜ਼ਮ ਵੀ ਵੇਖੇ ਗਏ ਹਨ, ਤਾਂ ਕਿ ਇੰਨੀ ਭੀੜ ਜਿਹੜੀ ਜਮ੍ਹਾਂ ਹੁੰਦੀ ਹੈ, ਰਸ਼ ਹੁੰਦਾ ਹੈ, ਉਹਦੇ ਵਿੱਚ ਕੋਈ ਅਜਿਹੀ ਘਟਨਾ ਨਾ, ਦੁਰਘਟਨਾ ਨਾ ਵਾਪਰ ਜਾਏ ਜਿਹਦਾ ਨੁਕਸਾਨ ਹੋਵੇ ਲੋਕਾਂ ਨੂੰ। ਉਸ ਕਰਕੇ ਫਿਰ ਉੱਥੇ ਪੁਲਿਸ ਵੀ ਤਾਇਨਾਤ ਹੁੰਦੀ ਹੈ। ਪੰਜਾਬ ਦੇ ਆਰਥਿਕ ਸੱਭਿਆਚਾਰ ਦੇ ਬਦਲਣ ਨਾਲ ਮੇਲਿਆਂ ਨੇ ਵੀ ਆਪਣਾ ਨਵਾਂ ਰੂਪ ਵਟਾ ਲਿਆ ਹੈ। ਹੁਣ ਇਹਨਾਂ ਮੇਲਿਆਂ ਨੇ ਕਿਸਾਨ ਮੇਲੇ, ਪਸ਼ੂ ਮੇਲੇ, ਵਪਾਰਕ ਮੇਲੇ, ਪੁਸਤਕ ਮੇਲੇ, ਨਾਟ ਮੇਲਿਆਂ ਦਾ ਰੂਪ ਲੈ ਲਿਆ ਹੈ। ਇਸ ਨਾਲ ਇਹਨਾਂ ਦੇ ਲੋਕਪ੍ਰਿਯ ਹੋਣ ਵਿੱਚ ਕੋਈ ਫਰਕ ਨਹੀਂ ਪਿਆ। ਇਹਨਾਂ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੂੰ ਸਮਰਪਿਤ ਮੇਲਾ ਅਤੇ ਗਦਰੀ ਬਾਬਿਆਂ ਦੀ ਯਾਦ ਵਿੱਚ ਲਗਾਇਆ ਜਾਂਦਾ ਮੇਲਾ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਕੁਝ ਵੀ ਹੋਵੇ, ਹਰ ਤਰ੍ਹਾਂ ਦੇ ਮੇਲੇ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਆਰਥਿਕ ਸੱਭਿਆਚਾਰ ਬਦਲ ਗਿਆ ਹੈ, ਕਿਉਂਕਿ ਲੋਕਾਂ ਕੋਲ ਹੁਣ ਆਰਥਿਕ ਤੌਰ ਦੇ ਉੱਤੇ ਸਹੂਲਤਾਂ ਵੱਧ ਗਈਆਂ ਹਨ, ਪੈਸਾ ਵੱਧ ਗਿਆ ਹੈ। ਸੋ ਮੇਲਿਆਂ ਦਾ ਵੀ ਰੂਪ ਨਵਾਂ ਬਣ ਗਿਆ ਹੈ। ਹੁਣ ਕੁਝ ਮੇਲੇ ਕਿਸਾਨਾਂ ਦੇ ਲੱਗਦੇ ਹਨ, ਜਿਵੇਂ ਯੂਨੀਵਰਸਿਟੀ ਦੇ ਵਿੱਚ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੇਲੇ ਲਗਾਏ ਜਾਂਦੇ ਹਨ ਕਿਸਾਨਾਂ ਨਾਲ ਸੰਬੰਧਿਤ, ਜਿਹਦੇ ਵਿੱਚ ਖੇਤੀਬਾੜੀ ਦੇ ਸੰਬੰਧਿਤ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਬੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਕਿਹੜਾ ਸੀਜ਼ਨ ਕਿਹੋ ਜਿਹੀ ਸਬਜ਼ੀ ਲਈ, ਕਿਹੋ ਜਿਹੀ ਫਸਲ ਲਈ ਚੰਗਾ ਹੈ, ਉਸ ਸੰਬੰਧੀ ਸੈਮੀਨਾਰ ਲੱਗਦੇ ਹਨ। ਪਸ਼ੂਆਂ ਦੇ ਮੇਲੇ ਲੱਗਦੇ ਹਨ, ਜਿੱਥੇ ਮੰਡੀ ਦੇ ਵਿੱਚ ਪਸ਼ੂ ਵੇਚੇ ਅਤੇ ਖਰੀਦੇ ਜਾਂਦੇ ਹਨ। ਵਪਾਰਕ ਮੇਲੇ ਲੱਗਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਵਪਾਰਕ ਵਸਤੂਆਂ ਨੂੰ ਵੇਚਣ ਅਤੇ ਖਰੀਦਣ ਲਈ। ਪੁਸਤਕ ਮੇਲਾ ਲੱਗਦਾ ਹੈ, ਨਾਟ ਮੇਲੇ ਲੱਗਦੇ ਹਨ। ਇਸ ਤਰ੍ਹਾਂ ਅਲੱਗ-ਅਲੱਗ ਕਿਸਮ ਦੇ ਬਹੁਤ ਸਾਰੇ ਮੇਲੇ ਹਨ ਜਿਹੜੇ ਮਨਾਏ ਜਾਣ ਲੱਗ ਪਏ ਹਨ। ਸੋ ਲੋਕ ਵੀ ਇਹਨਾਂ ਮੇਲਿਆਂ 'ਚ ਕਾਫੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਵੀ ਮੇਲਾ ਲੱਗਦਾ ਹੈ, ਗਦਰੀ ਬਾਬਿਆਂ ਦੀ ਯਾਦ ਵਿੱਚ ਵੀ ਮੇਲਾ ਲੱਗਦਾ ਹੈ। ਸੋ ਬਹੁਤ ਸਾਰੇ ਮੇਲੇ ਨੇ ਜਿਨ੍ਹਾਂ ਦੀ ਰੂਪ ਰੇਖਾ ਅਲੱਗ-ਅਲੱਗ ਹੈ, ਅਲੱਗ-ਅਲੱਗ ਤਰੀਕੇ ਨਾਲ ਇਹ ਮੇਲੇ ਮਨਾਏ ਜਾਂਦੇ ਹਨ, ਪਰ ਲੋਕ ਇਹਨਾਂ ਦੇ ਵਿੱਚ ਬਹੁਤ ਹੋਮ ਹਮਾ ਕੇ ਸ਼ਾਮਲ ਹੁੰਦੇ ਹਨ। ਕੁਝ ਖਾਸ ਹਾਲਤਾਂ ਵਿੱਚ ਇਹ ਮੇਲੇ ਕਿਸੇ ਖਾਸ ਥਾਂ ਨਾਲ ਵੀ ਜੋੜ ਕੇ ਮਨਾਏ ਜਾਂਦੇ ਹਨ, ਜਿਵੇਂ ਦੀਵਾਲੀ ਸ਼੍ਰੀ ਅੰਮ੍ਰਿਤਸਰ ਦੀ, ਵਿਸਾਖੀ ਅਤੇ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ, ਮਾਘੀ ਮੁਕਤਸਰ ਦੇ। ਇਸ ਤੋਂ ਬਿਨਾਂ ਜਰਗ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਆਦਿ ਕੁਝ ਵਿਸ਼ੇਸ਼ ਥਾਵਾਂ ਨਾਲ ਜੁੜੇ ਮੇਲੇ ਹਨ। ਕੁਝ ਮੇਲੇ ਧਾਰਮਿਕ ਅਤੇ ਇਤਿਹਾਸਿਕ ਘਟਨਾਵਾਂ ਨਾਲ ਜੋੜ ਕੇ ਸ਼ੁਰੂ ਕੀਤੇ ਗਏ ਹਨ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਹੀਦੀ ਦਿਵਸ ਨੂੰ ਜੋੜ ਮੇਲਾ ਕਿਹਾ ਜਾਂਦਾ ਹੈ। ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲੇ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਵਿੱਚ ਮੇਲਿਆਂ ਦੀ ਤਰ੍ਹਾਂ ਹੀ ਮਨਾਏ ਜਾਂਦੇ ਹਨ। ਇਹ ਮਾਰਮਿਕ ਹੁੰਦਾ, ਦੁੱਖਦਾਈ, ਦੁੱਖ ਭਰੇ ਇਤਿਹਾਸਿਕ ਘਟਨਾਵਾਂ ਨੂੰ ਚੇਤੇ ਕਰਨ ਦਾ ਇੱਕ ਤਰੀਕਾ ਹੈ, ਜਿਸ ਨੂੰ ਸਮੂਹ ਪੰਜਾਬੀਆਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਖਿੜੇ ਮੱਥੇ, ਹੱਸ ਕੇ, ਖੁਸ਼ੀ ਨਾਲ। ਸੋ ਕੁਝ ਮੇਲੇ ਅਜਿਹੇ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਦੇ ਨਾਲ ਜੋੜ ਦਿੱਤਾ ਗਿਆ ਹੈ, ਜਿਵੇਂ ਦੀਵਾਲੀ ਅਸੀਂ ਆਮ ਤੌਰ 'ਤੇ ਇੱਕ ਕਹਾਵਤ ਹੀ ਬਣੀ ਹੋਈ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਸੋ ਅੰਮ੍ਰਿਤਸਰ ਨਾਲ ਜੋੜਿਆ ਜਾਂਦਾ ਹੈ ਕਿ ਅੰਮ੍ਰਿਤਸਰ ਬਹੁਤ ਹੀ ਵਧੀਆ ਤਰੀਕੇ ਨਾਲ ਹਰਿਮੰਦਰ ਸਾਹਿਬ ਦੇ ਵਿੱਚ ਇਹਦੀ ਸ਼ਾਨੋ ਸ਼ੌਕਤ ਵੇਖਣ ਵਾਲੀ ਹੁੰਦੀ ਹੈ। ਇੱਥੇ ਤੁਸੀਂ ਤਸਵੀਰ ਵੀ ਵੇਖ ਸਕਦੇ ਹੋ, ਦੂਸਰੇ ਨੰਬਰ ਵਾਲੀ ਤਸਵੀਰ ਹੈ ਜਿਹੜੀ, ਉਹ ਹਰਿਮੰਦਰ ਸਾਹਿਬ ਦੀ ਹੈ। ਦੀਵਾਲੀ ਵਾਲੇ ਦਿਨ ਦਾ ਦ੍ਰਿਸ਼ ਹੈ ਦਿਖਾਇਆ ਗਿਆ। ਦੀਪਮਾਲਾ ਹੁੰਦੀ ਹੈ, ਆਤਿਸ਼ਬਾਜ਼ੀ ਹੁੰਦੀ ਹੈ। ਸੋ ਬਹੁਤ ਸੋਹਣਾ ਦ੍ਰਿਸ਼ ਹੁੰਦਾ ਹੈ ਅੰਮ੍ਰਿਤਸਰ ਦਾ। ਇਸੇ ਤਰ੍ਹਾਂ ਵਿਸਾਖੀ ਅਤੇ ਹੋਲਾ ਮਹੱਲਾ ਵਿਸ਼ੇਸ਼ ਤੌਰ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹਨ। ਅਤੇ ਮਾਘੀ ਦਾ ਮੇਲਾ ਹੈ ਜਿਹੜਾ ਲੋਹੜੀ ਤੋਂ ਅਗਲੇ ਦਿਨ, ਮਾਘੀ, ਉਹ ਮੁਕਤਸਰ ਵਿਖੇ ਮਨਾਈ ਜਾਂਦੀ ਹੈ, ਜੋ ਕਿ 40 ਮੁਕਤਿਆਂ ਨਾਲ ਜੁੜੀ ਹੋਈ ਧਰਤੀ ਹੈ ਮੁਕਤਸਰ। ਇਸ ਤੋਂ ਬਿਨਾਂ ਜਰਗ ਦਾ ਮੇਲਾ ਹੈ, ਜਗਰਾਵਾਂ ਦੀ ਰੋਸ਼ਨੀ ਹੈ। ਇਹ ਸਾਰੇ ਮੇਲੇ, ਜਿਵੇਂ ਛਪਾਰ ਦਾ ਮੇਲਾ ਹੋ ਗਿਆ, ਇਹ ਮੇਲੇ ਨੇ ਜਿਹੜੇ, ਇਹ ਵੀ ਥਾਵਾਂ ਦੇ ਨਾਲ ਹੀ ਜੁੜੇ ਹੋਏ ਹਨ। ਇਸ ਤੋਂ ਬਿਨਾਂ ਧਾਰਮਿਕ ਅਤੇ ਇਤਿਹਾਸਿਕ ਘਟਨਾਵਾਂ ਨੂੰ ਜੋੜ ਕੇ ਵੀ ਕੁਝ ਮੇਲੇ ਸ਼ੁਰੂ ਕੀਤੇ ਗਏ ਹਨ, ਜਿਵੇਂ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ, ਉਸ ਨੂੰ ਵੀ ਜੋੜ ਮੇਲਾ ਕਹਿ ਦਿੱਤਾ ਜਾਂਦਾ ਹੈ। ਅਤੇ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ ਜਿਹੜੀ, ਸ਼ਹਾਦਤ ਸੀ ਜਿਹੜੀ, ਉਸ ਦਿਨ ਨੂੰ ਵੀ ਮੇਲੇ ਵਾਂਗ ਹੀ ਮਨਾਇਆ ਜਾਂਦਾ ਹੈ। ਚਮਕੌਰ ਸਾਹਿਬ ਵਿਖੇ ਅਤੇ ਫਤਿਹਗੜ੍ਹ ਸਾਹਿਬ ਵਿਖੇ ਮੇਲੇ ਲੱਗਦੇ ਨੇ, ਬਹੁਤ ਹੋਮ ਹਮਾ ਕੇ ਦੁਨੀਆ ਉੱਥੇ ਜਾਂਦੀ ਹੈ। ਭਾਵੇਂ ਕਿ ਇਹਨਾਂ ਮੇਲਿਆਂ ਦੇ ਵਿੱਚ ਇਹਨਾਂ ਨੂੰ ਇੱਕ ਤਰੀਕਾ ਬਣਾ ਲਿਆ ਗਿਆ, ਜਿਸ ਨਾਲ ਅਸੀਂ ਉਹਨਾਂ ਦੁੱਖ ਵਾਲੀਆਂ ਘੜੀਆਂ ਨੂੰ ਯਾਦ ਕਰ ਸਕੀਏ ਕਿ ਕਿਵੇਂ ਇਹਨਾਂ ਗੁਰੂਆਂ ਨੇ, ਇਹਨਾਂ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਆਪਣੇ ਧਰਮ ਨੂੰ ਬਚਾਉਣ ਲਈ, ਸਿੱਖ ਧਰਮ ਦੀ ਰੱਖਿਆ ਲਈ। ਤੋਂ ਪੰਜਾਬੀਆਂ ਨੇ ਇਹਨਾਂ ਨੂੰ ਇਸੇ ਤਰ੍ਹਾਂ ਪ੍ਰਵਾਨ ਕਰ ਲਿਆ ਹੈ।
ਕੌਮੀ ਤੌਰ 'ਤੇ ਕੁਝ ਦਿਨ ਮੇਲਿਆਂ ਦੀ ਸ਼ਕਲ ਵਿੱਚ ਮਨਾਉਣ ਦਾ ਰਿਵਾਜ ਵੀ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ। ਇਹਨਾਂ ਵਿੱਚ ਸਰਦਾਰ ਭਗਤ ਸਿੰਘ ਨੂੰ ਯਾਦ ਕਰਨ ਲਈ ਉਹਨਾਂ ਦੀ ਜੱਦੀ ਪਿੰਡ ਖਟਕੜ ਕਲਾਂ ਤੇ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿਖੇ ਉਹਨਾਂ ਦੀ ਸਮਾਧ ਉੱਪਰ ਮੇਲਾ ਲਗਾਉਣ ਦੀ ਪਿਰਤ ਪਾਈ ਗਈ ਹੈ। ਪਿਰਤ ਮਤਲਬ ਰਿਵਾਜ। ਇਸ ਤੋਂ ਬਿਨਾਂ ਸੁਤੰਤਰਤਾ ਦਿਵਸ, ਗਣਤੰਤਰਤਾ ਦਿਵਸ ਵੀ ਮੇਲਿਆਂ ਦੇ ਰੂਪ ਵਿੱਚ ਹੀ ਆਯੋਜਿਤ ਕੀਤੇ ਜਾਂਦੇ ਹਨ। ਮਨਾਏ ਜਾਂਦੇ ਹਨ। ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਹਿਸਾਬ ਨਾਲ ਉਹਨਾਂ ਨੂੰ ਸਾਰਾ ਉਹਨਾਂ ਦਾ ਬੰਦੋਬਸਤ ਕੀਤਾ ਜਾਂਦਾ ਹੈ ਕਿ ਇੱਕ ਮੇਲੇ ਦੇ ਰੂਪ ਵਿੱਚ ਮਨਾਏ ਜਾਣ। ਭਾਵੇਂ ਇਸ ਨੂੰ ਸਿਰਫ ਸਰਕਾਰੀ ਅਤੇ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਵੀ ਲੋਕਾਂ ਦੇ ਆਪ ਮੁਹਾਰੇ ਸਹਿਯੋਗ ਤੋਂ ਬਿਨਾਂ ਮੇਲਿਆਂ ਦੀ ਕਲਪਨਾ ਕਰ ਸਕਣਾ ਅਸੰਭਵ ਹੈ। ਆਪ ਮੁਹਾਰੇ ਆਪਣੇ ਆਪ। ਸੋ ਕਹਿੰਦੇ ਨੇ ਕਿ ਸ਼ਹੀਦ ਜਿਹੜੇ ਹੋਏ ਨੇ ਦੇਸ਼ ਭਗਤ, ਉਹਨਾਂ ਦੀ ਯਾਦ ਵਿੱਚ ਵੀ ਮੇਲੇ ਲੱਗਦੇ ਨੇ, ਜਿਵੇਂ ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਲੱਗਦਾ ਹੈ ਉਹਨਾਂ ਦੀ ਸਮਾਧ ਦੇ ਉੱਪਰ। ਇਸ ਤੋਂ ਬਿਨਾਂ 15 ਅਗਸਤ ਦਾ ਜਿਹੜਾ ਹੈ ਦਿਨ ਤਿਉਹਾਰ ਹੈ, ਉਹਨੂੰ ਵੀ ਮੇਲੇ ਵਾਂਗ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ 26 ਜਨਵਰੀ ਨੂੰ ਵੀ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੋ ਇਹਨਾਂ ਦੀ ਆਪਣੀ ਵਿਸ਼ੇਸ਼ ਜਗ੍ਹਾ ਹੈ ਸਾਡੇ ਸੱਭਿਆਚਾਰ ਵਿੱਚ ਅਤੇ ਬਹੁਤ ਵਧੀਆ ਤਰੀਕੇ ਨਾਲ ਇਹ ਮਨਾਏ ਜਾਂਦੇ ਹਨ। ਇਹ ਸੀ ਸਾਡਾ ਅੱਜ ਦਾ ਪਾਠ। ਇਸ ਤੋਂ ਬਾਅਦ ਸ਼ਬਦਕੋਸ਼ ਹੈ। ਸੱਭਿਆਚਾਰ ਖਾਣ ਪੀਣ, ਵੇਸ਼ਭੂਸ਼ਾ, ਪਹਿਰਾਵੇ ਨੂੰ ਕਹਿ ਦਿੰਦੇ ਨੇ। ਪ੍ਰਗਟਾਵਾ ਹੁੰਦਾ ਜਦੋਂ ਅਸੀਂ ਆਪਣੀ ਗੱਲ ਨੂੰ ਪ੍ਰਗਟਾਉਂਦੇ ਹਾਂ, ਪ੍ਰਗਟਾਉਣਾ। ਪ੍ਰਤੀਕ, ਸਿੰਬਲ ਲਈ ਵਰਤਿਆ ਜਾਂਦਾ ਹੈ। ਚਿੰਨ੍ਹ, ਪੀੜ੍ਹੀਆਂ ਹੁੰਦੀਆਂ ਨੇ ਪੱਕੀਆਂ। ਹਾਮੀ, ਜਦੋਂ ਅਸੀਂ ਕਿਸੇ ਨਾਲ ਸਹਿਮਤ ਹੋਈਏ ਅਤੇ ਹਾਂ ਵਿੱਚ ਹਾਂ ਮਿਲਾਈਏ। ਪਲਕ ਝਪਕਦੇਹੀ ਭਾਵ ਇੱਕਦਮ। ਸ਼ਹਿਰੀਕਰਨ, ਜਿਸ ਗੱਲ ਦਾ ਸ਼ਹਿਰਾਂ ਵਿੱਚ ਰਿਵਾਜ ਪੈ ਜਾਵੇ, ਕਿ ਜਿਹੜੀ ਚੀਜ਼ ਸ਼ਹਿਰਾਂ ਵਿੱਚ ਹੋਣ ਲੱਗ ਜਾਵੇ। ਅਰਥਚਾਰਾ, ਆਰਥਿਕਤਾ, ਇਕੋਨੋਮੀ। ਹੱਡਭੰਨਵੀਂ ਮਿਹਨਤ ਹੁੰਦੀ, ਬਹੁਤ ਸਖਤ ਮਿਹਨਤ, ਹਾਰਡ ਵਰਕ ਜਿਹਨੂੰ ਅਸੀਂ ਕਹਿ ਸਕਦੇ ਹਾਂ। ਰਵਾਇਤ, ਰਿਵਾਜ, ਮਾਰਮਿਕ, ਦੁੱਖ ਭਰੀ। ਖਿੜੇ ਮੱਥੇ, ਖੁਸ਼ੀ ਨਾਲ। ਪਿਰਤ, ਰਿਵਾਜ, ਆਪ ਮੁਹਾਰੇ, ਆਪਣੇ ਆਪ, ਬਿਨਾਂ ਕਿਸੇ ਦੇ ਕਹਿਣ ਤੋਂ। ਇਹ ਪਾਠ ਸੀ। ਆਸ ਕਰਦੀ ਹਾਂ ਚੰਗਾ ਲੱਗਾ ਹੋਏਗਾ, ਚੰਗੇ ਤਰੀਕੇ ਨਾਲ ਤੁਸੀਂ ਸੁਣਿਆ ਅਤੇ ਸਮਝਿਆ ਹੋਏਗਾ। ਅੱਜ ਲਈ ਇੰਨਾ ਹੀ। ਬਾਕੀ ਦੀ ਬੈਕ ਐਕਸਰਸਾਈਜ਼ ਅਸੀਂ ਕੱਲ੍ਹ ਕਰਾਂਗੇ। ਧੰਨਵਾਦ।